सो हेलो टू ऑल माय डियर स्टूडेंट्स ऑफ क्लास 9th किवें हो सारे। सो प्यारे बच्चों, अज की जो वीडियो है ये क्लास 9th ਲਈ ਸਾਇੰਸ ਵੀਕਲੀ ਪ੍ਰੈਕਟਿਸ ਸ਼ੀਟ 10। तो इसके जो असी प्रश्न उत्तर हैं वो दोनों ही मीडियम के अंग्रेजी तो पंजाबी करने हैं। सो शुरू करते हैं बच्चों। जो साढ़े को पहला प्रश्न है वो ये है कि अज आकाशदीप ने अखबार विच भूचाल की खबर बारे पढ़िया तो आकाशदीप जानना चाहता है कि भूचालों की तीव्रता को मापन लई किहड़ा जंतर वरत्या जाता है। आओ इसे आपां अंग्रेजी विच पढ़ लैंदे हां। सो इंग्लिश के विच है कि आकाशदीप हैज़ रेड द न्यूज़ अबाउट अर्थक्वेक इन द न्यूज़पेपर टुडे। आकाशदीप wants to know which of the following instrument is used to measure the intensity of earthquake। सो जो भूचाल है उसकी तीव्रता मापन के लिए किहड़े जंतर की जो है वरतों आपां करते हैं। साढ़े को ऑप्शन दित्तियां हैं बैरोमीटर, सीस्मोग्राफ, बिजलदर्शी ते लैक्टोमीटर। सो बैरोमीटर, सीस्मोग्राफ, इलैक्ट्रोस्कोप एंड लैक्टोमीटर। सो स्टूडेंट्स, a seismograph is the instrument that measures the intensity, duration as well as the direction of the earthquake, right? So seismograph ਦੇ ਨਾਲ ਅਸੀਂ ਮੇਜਰ ਕਰ ਸਕਦੇ ਹਾਂ ਉਸ ਦੀ ਤੀਬਰਤਾ ਨੂੰ ਮਾਪ ਸਕਦੇ ਹੈਗੇ ਆ ਕਿੰਨਾ ਕੁ ਤੀਬਰ ਇਹ ਜੋ ਅਰਥਕੁਇਕ ਹੈ, ਭੂਚਾਲ ਹੈ, ਇਹ ਆਇਆ ਹੈ ਤੇ ਇਸ ਦੀ ਦਿਸ਼ਾ ਕਿਹੜੀ ਹੈ ਤੇ ਨਾਲ ਦੀ ਨਾਲ ਇਹ ਵੀ ਪਤਾ ਕਰ ਸਕਦੇ ਕਿ ਕਿੰਨੇ ਸਮੇਂ ਤੱਕ ਇਹ ਰਿਹਾ ਤੇ ਇਸ ਨੂੰ ਕਹਿੰਦੇ ਆ ਸੀਸਮੋਗ੍ਰਾਫ। ਸੋ ਸੀਸਮੋਗ੍ਰਾਫ ਜਿਹੜਾ ਹੈ ਇਸ ਦਾ ਸਹੀ ਉੱਤਰ ਹੋਏਗਾ ਸੀਸਮੋਗ੍ਰਾਫ। ਕੁਐਸਚਨ ਨੰਬਰ 2, ਕਿਹੜੇ ਕੁਦਰਤੀ ਵਰਤਾਰੇ ਦੀ ਪਹਿਲਾਂ ਤੋਂ ਸਹੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਸੋ ਵਿਚ ਨੈਚੁਰਲ ਫਿਨੋਮੀਨਾ cannot be predicted accurately in advance। So students, earthquake cannot be predicted accurately in advance। Why? Because they are caused by sudden tectonic plates shifts deep beneath the earth surface। क्योंकि जो टैक्टोनिक प्लेट्स ने वो आपस ਦੇ ਵਿੱਚ ਜਦੋਂ ਫਸ ਜਾਂਦੀਆਂ ਹਨ, ਉਹ ਕਦੋਂ ਫਸਣਗੀਆਂ ਕਿਸੇ ਨੂੰ ਨਹੀਂ ਪਤਾ, ਨੋਬਡੀ ਨੋਜ਼। ਠੀਕ ਹੈ, ਉਹ ਟੈਕਟੋਨਿਕ ਪਲੇਟਸ ਜਿਹੜੀਆਂ ਹੈਗੀਆਂ ਆ ਉਹ ਜਦੋਂ ਫਸਦੀਆਂ ਹਨ ਉਸ ਤੋਂ ਬਾਅਦ ਉਹ ਉਸ ਗੁੰਝਲ 'ਚੋਂ ਬਾਹਰ ਨਿਕਲਦੀਆਂ ਆ। ਠੀਕ ਹੈ, ਤਾਂ ਇਹ ਭੂਚਾਲ ਦੇ ਜਿਹੜੇ ਝਟਕੇ ਮਹਿਸੂਸ ਹੁੰਦੇ ਹੈਗੇ ਆ। ਇਹਨੂੰ ਪ੍ਰੈਡਿਕਟ ਨਹੀਂ ਕਰ ਸਕਦੇ ਅਸੀਂ ਕਿ ਜੋ ਟੈਕਟੋਨਿਕ ਪਲੇਟਸ ਜੋ ਕਿ ਬਹੁਤ ਥੱਲੇ ਕ੍ਰਸਟ ਤੋਂ ਥੱਲੇ ਜਿਹੜਾ ਹੈਗਾ ਆ ਉਹ ਮੂਵ ਕਰਦੀਆਂ ਪਈਆਂ ਹੈਗੀਆਂ ਆਪਸ ਦੇ ਵਿੱਚ ਜਿਹੜੀਆਂ ਹੈਗੀਆਂ ਇਹ ਸਮਝ ਲਓ ਕਿ ਵੀ ਟੂ ਐਂਡ ਫਰੋ, ਤਾਂ ਟੂ ਐਂਡ ਫਰੋ ਮੂਵ ਕਰਦੇ ਕਰਦੇ ਉਹ ਵਿੱਚ ਫਸ ਜਾਂਦੀਆਂ ਆਪਸ ਦੇ ਵਿੱਚ, ਰਾਈਟ। ਜੇ ਆਪਾਂ ਫਿੰਗਰਸ ਨੂੰ ਦੋਨੋਂ ਹੱਥਾਂ ਦੀ ਫਿੰਗਰਸ ਨੂੰ ਜਿਹੜਾ ਹੈਗਾ ਆ ਇੱਕ ਦੂਜੇ ਨੇੜੇ ਲੈ ਕੇ ਆਉਂਦੇ ਹਾਂ ਤਾਂ ਸਮਝ ਲਓ ਕਿ ਫਿੰਗਰਸ ਆਪਸ ਵਿੱਚ ਫਸ ਜਾਂਦੀਆਂ ਆ, ਤਾਂ ਉਸੇ ਤਰੀਕੇ ਨਾਲ ਟੈਕਟੋਨਿਕ ਪਲੇਟਸ ਜਿਹੜੀਆਂ ਆ ਉਹ ਫਸ ਜਾਂਦੀਆਂ ਆ। ਤਾਂ ਜਦੋਂ ਉਹ ਨਿਕਲਦੀਆਂ ਆ ਟੈਕਟੋਨਿਕ ਪਲੇਟਸ ਆਪਣੇ ਆਪ ਨੂੰ ਅਲੱਗ ਕਰਦੀਆਂ ਇੱਕ ਦੂਸਰੇ ਤੋਂ, ਤਾਂ ਭੂਚਾਲ ਆਉਂਦਾ ਹੈ, ਝਟਕਾ ਸਾਨੂੰ ਮਹਿਸੂਸ ਹੁੰਦਾ ਹੈਗਾ ਆ। ਸੋ ਇਹ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ। ਸੋ ਆਨਸਰ ਇੱਥੇ ਹੋਏਗਾ ਭੂਚਾਲ, ਰਾਈਟ। ਸੋ ਵਿਚ ਕੈਨ ਨਾਟ ਬੀ ਪ੍ਰੈਡਿਕਟਡ ਇਜ਼ ਅਰਥਕੁਇਕ, ਔਰ ਪੰਜਾਬੀ ਦੇ ਵਿੱਚ ਭੂਚਾਲ ਅਸੀਂ ਟਿਕ ਕਰਾਂਗੇ। ਪ੍ਰਸ਼ਨ 3 ਹੈ ਮਿਲਾਨ ਕਰਨਾ ਹੈ ਵਿੱਚੋਂ। ਬੈਰੋਮੀਟਰ ਬੇਟਾ ਕਿਸ ਦੇ ਕੰਮ ਆਉਂਦਾ ਆ? ਬੈਰੋਮੀਟਰ ਮਾਪਣ ਦੇ ਕੰਮ ਆਉਂਦਾ ਹੈ ਵਾਯੂਮੰਡਲੀ ਦਬਾਅ ਦੇ। ਸੋ ਵਾਯੂਮੰਡਲੀ ਦਬਾਅ, ਸੋ ਬੈਰੋਮੀਟਰ ਇਜ਼ ਯੂਜ਼ਡ ਟੂ ਮੇਜਰ ਐਟਮੋਸਫੈਰਿਕ ਪ੍ਰੈਸ਼ਰ। ਸੀਜ਼ਮੋਗ੍ਰਾਫ ਇਜ਼ ਜਿਹੜਾ ਹੈ ਇਹ ਭੂਚਾਲ ਦੀ ਤੀਬਰਤਾ ਨੂੰ ਮਾਪਦਾ ਆ। ਸੋ ਟੂ ਮੇਜਰ ਦਾ ਇੰਟੈਂਸਿਟੀ ਆਫ ਅਰਥਕੁਇਕ, ਓਕੇ। ਬਿਜਲਦਰਸੀ ਜਿਹੜਾ ਹੈ ਚਾਰਜਾਂ ਦੀ ਪਹਿਚਾਣ ਵਾਸਤੇ, ਤੇ ਜੋ ਇਲੈਕਟ੍ਰੋਸਕੋਪ ਫॉर द ਆਈਡੈਂਟੀਫਿਕੇਸ਼ਨ ਆਫ ਚਾਰਜਿਸ, ਐਂਡ ਲੈਕਟੋਮੀਟਰ ਜਿਹੜਾ ਹੈ ਉਹ ਦੁੱਧ ਦੀ ਸ਼ੁੱਧਤਾ ਦੀ ਪਹਿਚਾਣ ਕਰਨ ਵਾਸਤੇ। ਸੋ ਲੈਕਟੋਮੀਟਰ ਇਜ਼ ਯੂਜ਼ਡ ਫॉर द ਆਈਡੈਂਟੀਫਿਕੇਸ਼ਨ ਆਫ ਦ ਪਿਓਰਿਟੀ ਆਫ ਮਿਲਕ, ਓਕੇ। ਸੋ ਨੈਕਸਟ ਕੁਐਸਚਨ ਨੰਬਰ 4, ਆਕਾਸ਼ੀ ਬਿਜਲੀ ਅਤੇ ਗਰਜ ਵਾਲੇ ਝੱਖੜ ਸਮੇਂ ਹੇਠ ਲਿਖਿਆਂ ਵਿੱਚੋਂ ਸਭ ਤੋਂ ਸੁਰੱਖਿਅਤ ਸਥਾਨ ਕਿਹੜਾ ਹੈ। ਸੋ ਆਊਟ ਆਫ ਦ ਫੋਲੋਇੰਗ ਵਿਚ ਇਜ਼ ਦ ਸੇਫੈਸਟ ਪਲੇਸ ਡਿਊਰਿੰਗ ਲਾਈਟਨਿੰਗ ਐਂਡ ਥੰਡਰ ਸਟੋਰਮ। ਸੋ you see, cars, they are the best, right, as they act as a Faraday cages which offer protection from
ਲਾਈਟਨਿੰਗ। ਸੋ ਕਾਰ ਜਿਹੜੀ ਹੈਗੀ ਹੈ ਇਹ ਸਾਨੂੰ ਜਿਹੜਾ ਆ ਥੰਡਰਸਟੋਰਮ ਤੋਂ, ਜਾਂ ਕਹਿ ਲਈਏ ਅਸੀਂ ਕਿ ਜੋ ਗਰਜ ਨਾਲ ਜਿਹੜੇ ਝੱਖੜ ਆਉਂਦਾ ਹੈ, ਬਿਜਲੀ ਅਤੇ ਗਰਜ ਵਾਲਾ ਜਿਹੜਾ ਝੱਖੜ ਆ ਉਸ ਤੋਂ ਸਾਨੂੰ ਬਚਾ ਸਕਦੀ ਹੈ ਕਾਰ ਦੇ ਅੰਦਰ ਹੀ ਸੇਫ ਆਪਾਂ ਰਹਿ ਸਕਦੇ ਹਾਂ। ਸੋ ਇਨਸਾਈਡ ਅ ਕਾਰ ਇਜ਼ ਦਾ ਰਾਈਟ ਆਪਸ਼ਨ, ਕਿਸੇ ਕਾਰ ਦੇ ਅੰਦਰ। ਪ੍ਰਸ਼ਨ 5 ਸਾਡੇ ਕੋਲ ਹੈ, ਹੇਠਾਂ ਵਿਖਾਏ ਗਏ ਧਰਤੀ ਦੇ ਚਿੱਤਰ ਵਿੱਚ ਧਰਤੀ ਦੀਆਂ ਪਰਤਾਂ ਨੂੰ ਲੇਬਲ ਕਰੋ। ਸੋ ਇਨ ਦਾ ਫੋਲੋਇੰਗ ਡਾਇਗਰਾਮ ਆਫ ਅਰਥ ਲੇਬਲ ਦਾ ਲੇਅਰਸ ਆਫ ਅਰਥ। ਸੋ ਅਰਥ ਦੀ ਲੇਅਰਸ ਨੂੰ ਅਸੀਂ ਲੇਬਲ ਕਰਨਾ ਆ। ਸੋ ਸਭ ਤੋਂ ਪਹਿਲਾਂ ਜਿਹੜਾ ਹੈਗਾ ਆ, ਜੋ ਫਸਟ ਵਨ ਹੋਏਗਾ ਉਹ ਹੋਏਗਾ ਕਰਸਟ, ਸੈਕਿੰਡ ਵਨ ਇਜ਼ ਮੈਂਟਲ, ਥਰਡ ਵਨ ਇਜ਼ ਐਕਸਟਰਨਲ ਕੋਰ ਐਂਡ ਦਾ ਫੋਰਥ ਵਨ ਇਜ਼ ਇਨਰ ਕੋਰ। ਸੋ ਸਾਡੇ ਕੋਲ ਆਪਸ਼ਨ ਜਿਹੜੀ ਹੈਗੀ ਆ ਉਹ ਹੋਏਗੀ 2 ਪੇਪੜੀ, ਮੈਂਟਲ, ਬਾਹਰੀ ਕੋਰ ਤੇ ਅੰਦਰੂਨੀ ਕੋਰ। ਪ੍ਰਸ਼ਨ 6 ਵੱਲ ਆਉਂਦੇ ਹਾਂ ਜੀ। ਅਮਨ ਨੇ ਗੁਜਰਾਤ ਵਿੱਚ ਭੂਚਾਲ ਬਾਰੇ ਇੱਕ ਰਸਾਲੇ ਵਿੱਚ ਪੜ੍ਹਿਆ। ਸੋ ਅਮਨ read in magazine about an earthquake in ਗੁਜਰਾਤ ਜਿਸ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸਨ, in which many people died। ਸੋ ਉਹ ਭੂਚਾਲ ਆਉਣ ਦੇ ਕਾਰਨਾਂ ਬਾਰੇ ਜਾਣਨਾ ਚਾਹੁੰਦਾ ਹੈ। he wants to know about the cause of such earthquakes। ਉਸ ਦੀ ਮਦਦ ਕਰਨ ਲਈ ਸਹੀ ਵਿਕਲਪ ਚੁਣੋ। ਸੋ ਪਿਕ ਆਊਟ ਦਾ ਰਾਈਟ ਆਪਸ਼ਨ ਟੂ ਹੈਲਪ ਹਿਮ। ਸੋ ਭੂਚਾਲ ਆਉਣ ਦੇ ਕਾਰਨਾਂ ਬਾਰੇ ਉਹ ਜਾਣਨਾ ਚਾਹੁੰਦਾ ਹੈ। he want to know the reasons or the cause of earthquakes, ਕਿਉਂ ਆਉਂਦੇ ਨੇ ਉਹ। ਸੋ ਦਾ ਆਂਸਰ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਡਿਊ ਟੂ ਦ ਮੂਵਮੈਂਟ ਆਫ ਟੈਕਟੋਨਿਕ ਪਲੇਟਸ, ਟੈਕਟੋਨਿਕ ਪਲੇਟਾਂ ਦੀ ਗਤੀ ਦੇ ਕਾਰਨ ਭੂਚਾਲ ਆਉਂਦਾ ਹੈ। ਪ੍ਰਸ਼ਨ 7 ਤੇ ਆਉਂਦੇ ਹਾਂ ਜੀ। ਪ੍ਰਸ਼ਨ 7 ਸਾਡੇ ਕੋਲ ਕੀ ਹੈ, ਧਰਤੀ ਦੇ ਅੰਦਰ ਦਾ ਬਿੰਦੂ ਜਿੱਥੇ ਭੂਚਾਲ ਪੈਦਾ ਹੁੰਦਾ ਹੈ ਨੂੰ ਹਾਈਪੋਸੈਂਟਰ ਕਿਹਾ ਜਾਂਦਾ ਹੈ। ਸੋ ਦ ਪੁਆਇੰਟ ਇਨਸਾਈਡ ਦਾ ਅਰਥ ਵੇਅਰ ਐਨ ਅਰਥਕੁਇਕ ਓਰੀਜਿਨੇਟਸ ਇਜ਼ ਕਾਲਡ ਹਾਈਪੋਸੈਂਟਰ। ਅਤੇ ਧਰਤੀ ਦੀ ਸਤ੍ਹਾ ਤੇ ਇਸ ਦੇ ਬਿਲਕੁਲ ਉੱਪਰ ਬਿੰਦੂ ਨੂੰ ਭੂਚਾਲ ਦਾ ਡੈਸ਼ ਕਿਹਾ ਜਾਂਦਾ ਹੈ। ਐਂਡ ਦ ਪੁਆਇੰਟ ਜਸਟ ਅਬਵ ਇਟ on the surface of the earth is called dash of an earthquake। so it's called epicenter of an earthquake। ਠੀਕ ਹੈ ਜੀ, epicenter ਕਹਿੰਦੇ ਹਨ ਉਸ ਨੂੰ, epicenter। ਪ੍ਰਸ਼ਨ 8 ਦਿੱਤੇ ਗਏ ਚਿੱਤਰ ਵਿੱਚ ਇੱਕ ਚੁੰਬਕ ਦੇ ਇਸ ਦੇ ਕੇਂਦਰ ਤੋਂ 2 ਹਿੱਸਿਆਂ ਵਿੱਚ ਤੋੜਿਆ ਗਿਆ। ਇੱਕ ਚੁੰਬਕ ਨੂੰ ਮਤਲਬ ਉਸ ਦੇ ਕੇਂਦਰ ਤੋਂ ਹੀ 2 ਹਿੱਸਿਆਂ ਵਿੱਚ ਤੋੜਿਆ ਗਿਆ। ਸੋ ਇਨ ਅ ਗਿਵਨ ਪਿਕਚਰ ਅ ਮੈਗਨੇਟ ਇਜ਼ ਬ੍ਰੋਕਨ ਇਨਟੂ 2 ਪੀਸਿਸ ਫਰੋਮ ਇਟਸ ਸੈਂਟਰ। ਜੇ ਅਸੀਂ ਪਹਿਲੇ ਹਿੱਸੇ ਦੇ ਟੁੱਟੇ ਹੋਏ ਸਿਰੇ ਨੂੰ ਦੂਸਰੇ ਚੁੰਬਕ ਦੇ ਦੂਜੇ ਸਿਰੇ ਨਾਲ ਲੈ ਕੇ ਆਉਂਦੇ ਹਾਂ ਤਾਂ ਕੀ ਹੋਵੇਗਾ। ਸੋ ਇਫ ਵੀ ਬ੍ਰਿੰਗ ਦ ਬ੍ਰੋਕਨ ਐਂਡ ਆਫ ਦ ਫਸਟ piece of the other end of the second magnet, what will happen। ਤਾਂ ਕੀ ਹੋਏਗਾ ਬੱਚਿਓ, ਦੇਖੋ ਅਸੀਂ ਪੜ੍ਹਿਆ ਹੈ ਅਤੇ ਅਸੀਂ ਪ੍ਰੈਕਟੀਕਲ ਵੀ ਕੀਤਾ ਹੈ ਕਿ ਜਦੋਂ ਅਸੀਂ ਮੈਗਨੇਟ ਦੇ ਜਿੰਨੇ ਮਰਜ਼ੀ ਟੁਕੜੇ ਕਰ ਲਈਏ ਉਹ ਮੈਗਨੇਟ ਦਾ ਹੀ ਰੂਪ ਲੈਂਦਾ ਹੈ। ਛੋਟਾ ਜਿਹੜਾ ਕਣ ਵੀ ਹੈ ਮੈਗਨੇਟ ਦੇ, ਜਦੋਂ ਆਪਾਂ ਹਿੱਸੇ ਤੋਂ ਤੋੜਿਆ ਹੈ ਉਹ ਛੋਟਾ ਕਣ ਵੀ ਚੁੰਬਕ ਦਾ ਹੀ ਵਰਤਾਰਾ ਕਰਦਾ, ਚੁੰਬਕ ਵਾਂਗ ਹੀ ਵਰਤਾਰਾ ਕਰਦਾ ਆ। ਜੇ ਅਸੀਂ ਗੱਬ ਤੋਂ ਤੋੜ ਦਿੱਤਾ ਉਸ ਤੋਂ ਬਾਅਦ ਉਹਦੇ ਸਾਈਡ 'ਤੇ ਲੈ ਕੇ ਆਉਂਦੇ ਹਾਂ, ਮਤਲਬ ਸਿਰੇ 'ਤੇ ਲੈ ਕੇ ਆਉਂਦੇ ਹਾਂ, ਤਾਂ ਕੀ ਹੋਏਗਾ, ਤਾਂ ਉਹ ਇੱਕ ਦੂਜੇ ਵੱਲ ਨੂੰ ਅਟਰੈਕਟ ਹੋਣਗੇ, ਆਕਰਸ਼ਿਤ ਹੋਣਗੇ। ਠੀਕ ਹੈ, ਸੋ ਇੱਕ ਦੂਜੇ ਵੱਲ ਨੂੰ ਆਕਰਸ਼ਿਤ ਹੋਣਗੇ। ਸੋ ਦੇ ਵਿਲ ਬੀ ਅਟਰੈਕਟਿਡ ਟੂਵਰਡਸ ਈਚ ਅਦਰ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 9, ਦਿਸ ਵਨ। ਹੇਠ ਲਿਖਿਆਂ ਵਿੱਚੋਂ ਕਿਸੇ ਰਸਾਇਣਿਕ ਯੌਗਿਕ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ। ਸੋ ਸਭ ਤੋਂ ਛੋਟੀ ਇਕਾਈ ਕਿਹੜੀ ਹੈ, ਪ੍ਰਸ਼ਨ ਸਾਡੇ ਕੋਲ ਪੁੱਛਿਆ ਗਿਆ ਹੈ। ਸੋ ਆਊਟ ਆਫ ਦ ਫੋਲੋਇੰਗ ਵਟ ਇਜ਼ ਦ ਸਮੋਲੈਸਟ ਯੂਨਿਟ ਆਫ ਕੈਮੀਕਲ ਕੰਪਾਊਂਡ। ਸੋ ਦ ਆਂਸਰ ਇਜ਼ ਐਟਮ। ਓਕੇ, ਸੋ ਐਟਮ ਇਜ਼ ਦ ਆਂਸਰ। ਪ੍ਰਮਾਣੂ ਪੰਜਾਬੀ ਵਿੱਚ ਕਰਾਂਗੇ। ਪ੍ਰਸ਼ਨ 10 ਹੈ ਸਾਡੇ ਕੋਲ। ਹੇਠ ਲਿਖਿਆਂ ਵਿੱਚੋਂ ਪੌਦਾ ਸੈੱਲ ਦੇ ਕਿਸ ਭਾਗ ਵਿੱਚ ਕਲੋਰੋਫਿਲ ਮੌਜੂਦ ਹੁੰਦਾ ਆ। ਸੋ ਆਊਟ ਆਫ ਦ ਫੋਲੋਇੰਗ
Which part of the plant cell contains chlorophyll? So chlorophyll is contained in chloroplast. Chloroplast ਦੇ ਵਿੱਚ ਹੁੰਦਾ ਹੈ ਜੀ। ठीक है। प्रश्न 11। ਅੱਜ ਟੀਨਾ ਨੇ ਪਦਾਰਥ ਦੀਆਂ ਅਵਸਥਾਵਾਂ ਬਾਰੇ ਪੜ੍ਹਿਆ ਤੇ ਉਹ ਜਾਣਨਾ ਚਾਹੁੰਦੀ ਹੈ ਕਿ ਅਗ ਪਦਾਰਥ ਦੀ ਕਿਹੜੀ ਅਵਸਥਾ ਹੈ। ਸਹੀ ਉੱਤਰ ਚੁਣਨ ਵਿੱਚ ਉਸ ਦੀ ਸਹਾਇਤਾ ਕਰੋ। ਸੋ ਟੀਨਾ read about the states of the matter today. Now she wants to know that in which state of the matter fire exists. Help her to choose correct answer. So dear students, so fire है, it consists mainly of plasma. So a state of matter where gas particles are ionized, right? So plasma ਦਾ ਜਿਹੜਾ ਹੈ ਇਹ ਫਾਇਰ ਜਿਹੜੀ ਹੈਗੀ ਹੈ ਸਟੇਟ ਵਿੱਚ ਆਉਂਦੀ ਹੈ, ਤਾਂ ਅਸੀਂ ਇੱਥੇ ਉੱਤੇ ਲਿਖਾਂਗੇ ਪਲਾਜ਼ਮਾ, ਦਿਸ ਵਨ। ਪ੍ਰਸ਼ਨ 12। ਮਹਰਸ਼ੀ ਕਨਾਡ ਦੇ ਮੁਤਾਬਕ ਸਭ ਤੋਂ ਛੋਟਾ ਨਾ ਵੰਡਣਯੋਗ ਕਣ ਨੂੰ ਕੀ ਕਿਹਾ ਜਾਂਦਾ ਹੈ? ਵਟ ਇਜ਼ ਦਾ ਸਮੋਲੈਸਟ ਇੰਡੀਵਿਜੂਅਲ ਪਾਰਟੀਕਲ ਕਾਲਡ ਅਕੋਰਡਿੰਗ ਟੂ ਕਨਾਡ? ਸੋ ਉਸਨੂੰ ਕਿਹਾ ਜਾਂਦਾ ਹੈ ਐਟਮ ਔਰ ਪਰਮਾਣੂ ਪੰਜਾਬੀ ਦੇ ਵਿੱਚ। ਸੋ ਅਸੀਂ ਇਹਨੂੰ ਇੱਥੇ ਪੰਜਾਬੀ ਦੇ ਵਿੱਚ ਇਸ ਨੂੰ ਪਰਮਾਣੂ, ਇੰਗਲਿਸ਼ ਦੇ ਵਿੱਚ ਐਟਮ 'ਤੇ ਟਿਕ ਕਰਾਂਗੇ। ਕੁਐਸਚਨ ਨੰਬਰ 13 ਹੈ ਅੱਜ ਕਰਨ ਨੇ ਦੇਖਿਆ ਕਿ ਬਰਫ਼ ਠੋਸ ਹੁੰਦੀ ਹੈ ਪਰੰਤੂ ਪਾਣੀ ਦੇ ਉੱਪਰ ਤੈਰਦੀ ਰਹਿੰਦੀ ਹੈ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਸੋ ਕਰਨ observed today that although ice is solid but it floats on water. What can be the reason for this? ਸੋ ਰੀਜ਼ਨ ਕੀ ਹੋਏਗਾ? ਸੋ ਮੇਰੇ ਬੱਚਿਓ ਤੁਹਾਨੂੰ ਪਤਾ ਹੈ ਕਿ ਜੋ ਆਈਸ ਹੈ ਉਹਦੀ ਘਣਤਾ ਪਾਣੀ ਨਾਲੋਂ ਘੱਟ ਹੁੰਦੀ ਹੈ। ਸੋ ਆਈਸ ਇਜ਼ ਲੈਸ ਡੈਂਸਰ ਦੈਨ ਵਾਟਰ, ਦੈਟਸ ਵਾਈ ਇਟ ਫਲੋਟਸ। ਠੀਕ ਹੈ ਨਾ ਜੀ। ਸੋ ਡੈਂਸਿਟੀ ਘੱਟ ਹੋਣ ਕਰਕੇ, ਘਣਤਾ ਘੱਟ ਹੋਣ ਕਰਕੇ ਬਰਫ਼ ਦੀ ਘਣਤਾ ਪਾਣੀ ਨਾਲੋਂ ਘੱਟ ਹੁੰਦੀ ਹੈ। ਸੋ ਪਾਣੀ ਦੀ ਘਣਤਾ ਬਰਫ਼ ਨਾਲੋਂ ਵੱਧ ਹੁੰਦੀ ਹੈ। ਯਸ, ਆ ਸਹੀ ਹੈ, ਟਿਕ ਲਗਾ ਲਓ ਇੱਥੇ, ਕਿਉਂਕਿ ਪਾਣੀ ਦੀ ਘਣਤਾ ਡੈਂਸਿਟੀ ਆਫ ਵਾਟਰ ਇਜ਼ ਮੋਰ ਦੈਨ ਆਈਸ। ਪ੍ਰਸ਼ਨ ਸਾਡੇ ਕੋਲ ਹੈ 14। ਪਾਣੀ ਦਾ ਰਸਾਇਣਿਕ ਸੂਤਰ ਕੀ ਹੈ? ਪਾਣੀ ਦਾ ਰਸਾਇਣਿਕ ਸੂਤਰ ਕੀ ਹੈ? ਸੋ ਵਟ ਇਜ਼ ਦ ਕੈਮੀਕਲ ਫਾਰਮੂਲਾ ਆਫ ਵਾਟਰ? So water, it consists of how many hydrogen atoms? 2 and 1 oxygen atom. ठीक है जी। पानी ਜਿਹੜਾ ਆ 2 ਹਾਈਡਰੋਜਨ ਦੇ ਪਰਮਾਣੂ ਆ ਤੇ 1 ਆਕਸੀਜਨ ਦੇ ਪਰਮਾਣੂ ਦਾ ਮੇਲ ਤੋਂ ਬਣਦਾ ਹੈ। ਸੋ ਇਸ ਦਾ ਕੀ ਉੱਤਰ ਹੋਣਾ ਚਾਹੀਦਾ ਆ? H2O। ਪ੍ਰਸ਼ਨ 15ਵਾਂ ਹੈ ਸਾਡੇ ਕੋਲ, ਇਸ ਸ਼ੀਟ ਦਾ ਲਾਸਟ ਹੋਏਗਾ ਇਹ। ਸੋ ਪ੍ਰਸ਼ਨ ਹੈ ਕਿ ਜਦੋਂ ਪ੍ਰਕਾਸ਼ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਪ੍ਰਵੇਸ਼ ਕਰਦਾ ਹੈ, ਵੈਨ ਲਾਈਟ ਐਂਟਰਸ ਫਰੋਮ ਵਨ ਮੀਡੀਅਮ ਟੂ ਅਨਦਰ ਮੀਡੀਅਮ, ਤਾਂ ਇਹ ਆਪਣੇ ਪਥ ਤੋਂ ਮੁੜ ਜਾਂਦਾ ਹੈ। ਇਟ ਬੈਂਡਸ ਫਰੋਮ ਇਟਸ ਪਾਥ। ਇਸ ਵਰਤਾਰੇ ਨੂੰ ਕੀ ਕਿਹਾ ਜਾਂਦਾ ਹੈ? ਵਟ ਇਜ਼ ਦਿਸ ਫਿਨੋਮੀਨਾ ਕਾਲਡ ਜਾਂ ਨੋਨ ਐਜ਼? ਸੋ ਦਿਸ ਫਿਨੋਮੀਨਾ ਇਜ਼ ਨੋਨ ਐਜ਼ ਰਿਫਰੈਕਸ਼ਨ। ਇਸ ਵਰਤਾਰੇ ਨੂੰ ਅਪਵਰਤਨ ਕਹਿੰਦੇ ਹਨ ਬੱਚਿਓ। ਸੋ ਪਿਆਰੇ ਬੱਚਿਓ, ਇਸ ਪ੍ਰਸ਼ਨ ਦੇ ਨਾਲ ਹੀ ਅੱਜ ਦੀ ਇਹ ਸ਼ੀਟ ਇੱਥੇ ਹੀ ਸਮਾਪਤ ਹੁੰਦੀ ਹੈ। ਔਰ ਜਦ ਤੱਕ ਮੇਰੀ ਨੈਕਸਟ ਵੀਡੀਓ ਆਉਂਦੀ ਹੈ, ਨੈਕਸਟ ਔਰ ਸ਼ੀਟਸ ਆਉਂਦੀਆਂ ਹਨ, ਅਤੇ ਉਦੋਂ ਤੱਕ ਟਿਲ ਦੈਨ ਆਈ ਵਿਸ਼ ਯੂ ਆਲ ਦਾ ਵੈਰੀ ਬੈਸਟ। ਹੈਪੀ ਲਰਨਿੰਗ। ਐਂਡ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਜ਼ਰੂਰ ਸ਼ੇਅਰ ਕਰਿਓ ਔਰ ਆਪਣੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦਿਓ, ਰਾਈਟ। ਸੋ ਥੈਂਕ ਯੂ ਵੈਰੀ ਮਚ ਵੰਸ ਅਗੇਨ ਐਂਡ ਥੈਂਕਸ ਫॉर ਵਿਊਇੰਗ ਦਿਸ ਵੀਡੀਓ। ਥੈਂਕ ਯੂ।